ਅਗਵਾਈ ਦੀ ਲੋੜ ਹੈ। ਤੇ ਜੇ ਆਪਾਂ ਸਮੁੱਚੇ ਇਤਿਹਾਸ ਨੂੰ ਇਸ ਪੱਖੋਂ ਵੇਖ ਲਈਏ ਨਾ ਕਿ ਅਗਵਾਈ ਕਿਵੇਂ ਕਰਨੀ ਚਾਹੀਦੀ ਹੈ, ਗੁਰੂ ਨਾਨਕ ਸਾਹਿਬ ਜੀ ਤੋਂ ਸਿੱਖ ਲਓ, ਸਿਖਾਉਣਗੇ। ਗੁਰੂ ਸਾਹਿਬ ਜੀ ਝੋਨੇ ਵਿੱਚੋਂ ਘਾਹ ਪੁੱਟ ਰਹੇ ਨੇ, ਸਿੱਖਣਾ ਹੀ ਹੈ ਨਾ ਅਸੀਂ। ਤੇ ਬਾਬਾ ਲਹਿਣਾ ਜੀ ਵੀ ਆ ਗਏ, ਗੁਰੂ ਸਾਹਿਬ ਜੀ ਮੈਂ ਵੀ ਘਾਹ ਪੁੱਟਾਂਗਾ ਜੀ, ਮੈਂ ਵੀ ਸੇਵਾ ਕਰਾਂਗਾ। ਮਨ ਦੇ ਵਿੱਚ ਆ ਗਿਆ ਨਾ, ਗੁਰੂ ਲੱਗਾ ਹੈ, ਮੈਂ ਵੀ ਲੱਗ ਪਵਾਂ। ਘਾਹ ਦੀ ਜਗ੍ਹਾ ਤੇ ਜਦੋਂ ਕਹਿ ਲਓ ਕਿ ਉਹ ਝੋਨਾ ਪੁੱਟੀ ਜਾ ਰਹੇ ਨੇ, ਫਸਲ ਹੀ ਪੁੱਟੀ ਜਾ ਰਹੇ ਨੇ, ਗੁਰੂ ਸਾਹਿਬ ਜੀ ਕਹਿੰਦੇ ਹਾਲੇ ਤੈਨੂੰ ਸਮਝ ਨਹੀਂ ਹੈ, ਪਹਿਲਾਂ ਵੇਖ ਚੰਗੀ ਤਰ੍ਹਾਂ, ਪਹਿਲਾਂ ਤੈਨੂੰ ਪਛਾਣ ਹੋਣੀ ਚਾਹੀਦੀ ਹੈ ਕਿ ਘਾਹ ਦਾ ਬੂਟਾ ਕਿਹੜਾ ਹੈ ਤੇ ਫਸਲ ਦਾ ਬੂਟਾ ਕਿਹੜਾ ਹੈ। ਹੁਣ ਇਹਦੇ ਪਿੱਛੇ ਆਪਾਂ ਕੀ ਵਿਚਾਰ ਕਰੀਏ? ਮਾਲਕ ਅਗਵਾਈ ਕਰ ਰਹੇ ਨੇ ਉੱਥੇ, ਸਿਖਾ ਰਹੇ ਨੇ ਉੱਥੇ। ਇਹ ਗੱਲ ਘਾਹ ਤੇ ਝੋਨੇ ਦੀ ਨਹੀਂ ਹੈ, ਇਹ ਜ਼ਿੰਦਗੀ ਦੀ ਗੱਲ ਹੈ। ਅਸਲ ਦੇ ਵਿੱਚ ਅਗਵਾਈ ਕਿਵੇਂ ਕਰੀਦੀ ਹੈ? ਗੁਰੂ ਨਾਨਕ ਸਾਹਿਬ ਜੀ ਉੱਥੇ ਕਹਿ ਲਓ ਪਾਠ ਪੜ੍ਹਾ ਰਹੇ ਨੇ ਇਸ ਗੱਲ ਦਾ। ਪਹਿਲਾਂ ਤੈਨੂੰ ਪਛਾਣ ਹੋਣੀ ਚਾਹੀਦੀ ਹੈ ਭਾਈ, ਤੇ ਪਛਾਣ ਹੋਣ ਵਾਸਤੇ ਧਿਆਨ ਦੇ ਨਾਲ ਵੇਖ ਕਿਹੜਾ ਬੂਟਾ ਘਾਹ ਦਾ ਹੈ ਤੇ ਕਿਹੜਾ ਬੂਟਾ ਫਸਲ ਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਆਹ ਬੂਟਾ ਘਾਹ ਦਾ ਹੈ, ਆਹ ਬੂਟਾ ਫਸਲ ਦਾ ਹੈ। ਇੱਥੇ ਕੀ ਹੋ ਰਿਹਾ? ਅਗਵਾਈ ਹੋ ਰਹੀ ਹੈ, ਆਗੂ ਕੁਝ ਸਿਖਾ ਰਿਹਾ ਹੈ। ਤੇ ਸਿੱਖਣ ਵਾਲਾ ਜੇਕਰ ਚੰਗਾ ਹੈ ਤੇ ਉਹ ਫਿਰ ਨਾ ਉਸ ਗੱਲ ਨੂੰ ਗ੍ਰਹਿਣ ਕਰ ਰਿਹਾ ਹੈ ਕਿ ਠੀਕ ਹੈ ਜੀ, ਅੱਗੇ ਤੋਂ ਧਿਆਨ ਰੱਖਾਂਗਾ ਮੈਂ। ਤੇ ਜੇ ਆਗੂ ਕੁਛ ਕਰੇ ਨਾ, ਖਲੋਤਾ ਹੈ, ਤੇ ਅਣਜਾਣ ਬੰਦਾ ਜੇਕਰ ਕਵੇ, ਉਹਨੂੰ ਕਹਿ ਦੇਵੇ ਕਿ ਹਾਂ ਭਈ ਤੂੰ ਕਰ ਆ ਕੰਮ। ਗੁਰੂ ਸਾਹਿਬ ਜੀ ਨੇ ਇਸੇ ਕਰਕੇ ਤੇ ਕਿਹਾ, ਨਿਆਣੇ ਦੀ ਗੱਲ ਜਦੋਂ ਕੀਤੀ ਹੈ ਨਾ, ਇੱਕ ਅੱਧ ਚੰਗੀ ਕਰੇ, ਦੂਜੀ ਪੀਵੇ ਵੇਰਾਸ। ਇੱਕ ਅੱਧੀ ਚੰਗੀ ਕਰਦਾ ਹੈਗਾ ਉਹ ਜਿਹੜਾ ਅਣਜਾਣ ਹੈ ਜਾਂ ਫਿਰ ਨਿਆਣਾ ਹੈ, ਪਰ ਬਾਕੀ ਚੀਜ਼ਾਂ ਉਹ ਬੇਕਾਰ ਹੀ ਕਰੇਗਾ, ਕਿਉਂਕਿ ਉਹਨੂੰ ਕੋਈ ਸਮਝ ਨਹੀਂ ਹੈਗੀ ਅਜੇ। ਤੇ ਸਮਝ ਪਾਉਣ ਵਾਸਤੇ ਉਹਦੇ ਅੰਦਰ ਸਾਨੂੰ ਖੁਦ ਜਿਹੜਾ ਹੈ ਨਾ ਅਗਵਾਈ ਕਰਨੀ ਪਏਗੀ। ਉਹ ਸਾਡੇ ਕੋਲ ਕੁਆਲਿਟੀ ਹੈ ਹੀ ਨਹੀਂ, ਸਾਡਾ ਜੀਵਨ ਨਹੀਂ ਐਸਾ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10 ਪਾਤਸ਼ਾਹੀਆਂ ਤੱਕ, ਹੋਰ ਗੁਰੂ ਕੇ ਪਿਆਰਿਆਂ ਤੱਕ ਜਿਹੜਾ ਹੈ ਨਾ, ਅਸੀਂ ਇਹ ਅਸਲ ਦੇ ਵਿੱਚ ਪੜ੍ਹ ਕੇ ਵੇਖ ਲਈ ਇਸ ਪੱਖ ਤੋਂ ਹੀ, ਆਗੂ ਦਾ ਜੀਵਨ, ਆਗੂ ਦੀ ਅਗਵਾਈ ਕਿਸ ਪ੍ਰਕਾਰ ਦੀ ਹੈ, ਤੇ ਆਗੂ ਅਸਲ ਦੇ ਵਿੱਚ ਜਿਹੜਾ ਹੈ ਕਿਸ ਪ੍ਰਕਾਰ ਅਗਵਾਈ ਕਰਦਿਆਂ ਹੋਇਆਂ ਸਿੱਖਿਆ ਦੇ ਰਿਹਾ ਹੈ, ਸਾਨੂੰ ਸਮਝ ਆ ਜਾਏਗੀ। ਗੁਰੂ ਅੰਗਦ ਦੇਵ ਮਹਾਰਾਜ ਜੀ ਵੀ ਸਿਖਾ ਰਹੇ ਨੇ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਿਖਾਉਂਦੇ ਨੇ। ਖੁਦ ਜਦੋਂ ਸੇਵਾ ਕਰ ਰਹੇ ਨੇ ਨਾ, ਦੂਜੇ ਕੀ ਕਹਿੰਦੇ? ਤੁਸੀਂ ਤੇ ਗੁਰੂ ਹੋ, ਤੁਸੀਂ ਗੁਰੂ ਹੋ। ਗੁਰੂ ਪਦਵੀ ਤੇ ਬੈਠੇ ਹੋਣ, ਸੇਵਾ ਦੀ ਕੀ ਲੋੜ ਹੈ ਜੀ ਤੁਹਾਨੂੰ? ਚੰਗਾ ਆਗੂ ਕੀ ਕਹੇਗਾ ਫਿਰ? ਕਿਉਂਕਿ ਉਹਨੇ ਸਿਖਾਉਣਾ ਹੈ ਕਿਸੇ ਨੂੰ ਸਿੱਖਿਆ ਦੇਣੀ ਹੈ, ਤੇ ਸਿੱਖਿਆ ਦੇਣ ਵਾਸਤੇ ਕੇਵਲ ਲਫ਼ਜ਼ ਹੀ ਨਹੀਂ, ਉਹਦਾ ਜੀਵਨ ਵੀ ਸਾਹਮਣੇ ਹੋਣਾ ਚਾਹੀਦਾ ਹੈ। ਕਹਿਣ ਲੱਗੇ ਨਹੀਂ ਭਲਿਆ, ਇਹ ਪਦਵੀ ਤੇ ਇੱਥੋਂ ਹੀ ਮਿਲੀ ਹੈ, ਭਾਵਾਂ ਕਿ ਗੁਰਤਾ ਗੱਦੀ ਤੇ ਵਿਰਾਜਮਾਨ ਆ ਸੀ, ਪਰ ਜਿਹੜੀ ਸੇਵਾ ਦੀ ਬਰਕਤ ਹੈ ਨਾ, ਉਹ ਮੈਨੂੰ ਪਤਾ। ਆ 12 ਸਾਲ ਦੇ ਵਿੱਚ ਜੋ ਮੈਨੂੰ ਮਿਲਿਆ ਹੈ ਨਾ, ਮੈਂ ਸਮਝ ਗਿਆ ਸੇਵਾ ਸਿਮਰਨ ਦੀ ਕਿਤਨੀ ਤਾਕਤ ਹੈ, ਕਿਤਨੀ ਬਰਕਤ ਹੈ, ਤੇ ਮੈਂ ਕਿਉਂ ਛੱਡਾਂ। ਜੇ ਸੇਵਾ ਮੈਨੂੰ ਇੱਥੇ ਬਿਠਾ ਸਕਦੀ ਹੈ ਤੇ ਮੈਂ ਹੋਰ ਸੇਵਾ ਕਰਾਂ ਤੇ ਕੀ ਕੁਛ ਨਹੀਂ ਕਰ ਸਕਦੀ। ਇਹ ਕੀ ਹੋ ਰਿਹਾ ਹੈ? ਅਗਵਾਈ ਹੋ ਰਹੀ ਹੈ। ਇਸੇ ਪ੍ਰਕਾਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਆਪਾਂ ਜੀਵਨ ਪੜ੍ਹ ਲਓ ਉਹਨਾਂ ਦਾ,
ਉਹ ਪੂਰਨੇ ਪਾ ਕੇ ਦਿਖਾ ਰਹੇ ਨੇ ਸੰਸਾਰ ਨੂੰ ਕਿ ਅਸਲ ਦੇ ਵਿੱਚ ਜਿਹੜਾ ਹੈ ਕੋਈ ਸੌਖੀ ਗੱਲ ਨਹੀਂ ਹੈ। ਅਗਵਾਈ ਕਰਨੀ ਕੋਈ ਸੌਖੀ ਬਾਤ ਨਹੀਂ ਹੈ। ਇਹਦੇ ਲਈ ਜਿਹੜਾ ਹੈ ਸਾਡਾ ਜੀਵਨ ਇਸ ਪ੍ਰਕਾਰ ਦਾ ਹੋਣਾ ਚਾਹੀਦਾ ਹੈ, ਜਿਵੇਂ ਬਚਨ ਤੁਹਾਨੂੰ ਯਾਦ ਹੀ ਨੇ, ਇਹ ਆਪਾਂ ਇਸ ਪੱਖੋਂ ਵੀ ਲੈ ਲਈਏ ਭਾਵੇਂ ਕਿ ਅਗਵਾਈ ਕਰਨ ਲੱਗਿਆਂ ਤੁਹਾਡੇ ਜ਼ਿਹਨ ਦੇ ਵਿੱਚ ਇਹ ਗੱਲ ਹੋਣੀ ਚਾਹੀਦੀ ਹੈ, ਅਬ ਹਮ ਚਲੀ ਠਾकुर ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਕਨ ਕੀ ਚਤੁਰਾਈ ਉਪਮਾ, ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਟਾਰ। ਆਗੂ ਇਹ ਗੱਲ ਸਿਖਾਏਗਾ ਕਿਉਂਕਿ ਉਹਨਾਂ ਕੋਲ ਤਜਰਬਾ ਹੈ, ਤੇ ਉਹ ਤਜਰਬਾ ਫਿਰ ਅੱਗੇ ਦੱਸਦੇ ਨੇ ਕਿ ਭਾਵੇਂ ਚੰਗਾ ਕਵੇ ਕੋਈ ਮਾੜਾ ਕਵੇ, ਉਹਦੀ ਪਰਵਾਹ ਨਹੀਂ ਕਰਨੀ, ਤੁਸੀਂ ਚੱਲਦੇ ਹੀ ਜਾਣਾ ਧਰਮ ਦੀ ਦੁਨੀਆ ਵਿੱਚ ਜੇ ਬੁਲੰਦੀ ਹਾਸਲ ਕਰਨੀ ਹੈ ਤੇ ਐਸੀਆਂ ਬੜੀਆਂ ਉਦਾਹਰਨਾਂ ਨੇ ਜੇ ਤੁਸੀਂ ਇਸ ਪੱਖ ਤੋਂ ਲਓਗੇ ਨਾ, ਕਿਉਂਕਿ ਅਗਵਾਈ ਦੀ ਲੋੜ ਹੈ ਜੀ। ਆਗੂ ਚੰਗਾ ਹੋਣਾ ਚਾਹੀਦਾ, ਖੁਦ ਕਰੇ ਉਹ ਚੀਜ਼ ਨੂੰ, ਤੇ ਫਿਰ ਹੀ ਅਸਲ ਦੇ ਵਿੱਚ ਗਾਂ ਫਿਰ ਹੋਰ ਜਿਹੜੇ ਨਾ ਪ੍ਰੇਰਿਤ ਹੁੰਦੇ ਨੇ। ਮੈਨੂੰ ਇੱਕ ਵਾਕਿਆ ਚੇਤੇ ਆਉਂਦਾ ਹੈ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਵਿੱਚ ਹੀ ਸਤਿਗੁਰੂ ਜੀ ਤੱਤੀ ਤਵੀ ਤੇ ਬੈਠੇ ਨੇ, ਦੇਗ ਦੇ ਵਿੱਚ ਉਬਾਲਿਆ ਜਾ ਰਿਹਾ, ਤੇ ਇਹੋ ਹੀ ਸਮਾਂ ਜਦੋਂ ਭਾਈ ਦਿਆਲਾ ਜੀ ਤੇ ਆਉਂਦਾ ਹੈ ਨਾ, ਉਹ ਅਰਦਾਸ ਕਰਦੇ ਨੇ ਗੁਰੂ ਚਰਨਾਂ ਵਿੱਚ। ਕੀ ਕਹਿੰਦੇ ਨੇ? ਮਾਲਕ ਜੀ, ਜੋ ਤੁਹਾਡੀ ਅਡੋਲਤਾ ਸੀ ਨਾ ਉਸ ਸਮੇਂ ਦੇਗ ਦੇ ਵਿੱਚ ਬੈਠਿਆਂ ਹੋਇਆਂ ਦੀ ਨਾ, ਹੁਣ ਕੀ ਹੈ ਇੱਥੇ? ਆਗੂ ਅਗਵਾਈ ਕਰ ਗਿਆ, ਸਿੱਖਿਆ ਉਹਨਾਂ ਨੇ ਦੇ ਦਿੱਤੀ। ਹੁਣ ਸਿੱਖਣ ਵਾਲਾ ਕੀ ਕਹਿ ਰਿਹਾ ਹੈ? ਕਹਿਣ ਲੱਗੇ ਮਾਲਕ ਜੀ ਸਿੱਖ ਤੇ ਲਿਆ ਹੈ, ਪਰ ਅੱਜ ਜਿਹੜਾ ਹੈ ਨਾ ਉਹ ਪ੍ਰੈਕਟੀਕਲ ਤੌਰ ਤੇ ਕਰਨ ਦਾ ਵੇਲਾ ਆਇਆ ਹੈ। ਆਪ ਕਿਰਪਾ ਕਰੋ, ਜਿਹੜੀ ਅਡੋਲਤਾ ਤੁਹਾਡੇ ਵਿੱਚ ਸੀ ਉਹ ਮੈਨੂੰ ਵੀ ਬਖਸ਼ ਦਿਓ, ਮੈਂ ਵੀ ਅੱਜ ਦੇਗ ਦੇ ਵਿੱਚ ਬੈਠਣ ਲੱਗਾ। ਇਸ ਪੱਖ ਤੋਂ ਸਮਝ ਲਓ ਤੁਸੀਂ, ਬੈਠੇ ਨੇ ਭਾਈ ਦਿਆਲਾ ਜੀ, ਉਹੀ ਅਡੋਲਤਾ ਉਹਨਾਂ ਵਿੱਚ ਹੈ, ਡੋਲੇ ਨਹੀਂ। ਸਰੀਰ ਭਾਵੇਂ ਕਹਿ ਲਓ ਕਿ ਹੌਲੀ ਹੌਲੀ ਕਰਕੇ ਹੱਡੀਆਂ ਤੋਂ ਮਾਸ ਜਿਹੜਾ ਨਾ ਵੱਖ ਹੋ ਗਿਆ, ਸ਼ਹੀਦ ਹੋ ਗਏ, ਪਰ ਇੱਕ ਚੰਗੇ ਆਗੂ ਦੀ ਅਗਵਾਈ ਸੀ ਉਹਨਾਂ ਕੋਲ, ਸਿੱਖਿਆ ਸੀ ਉਹਨਾਂ ਕੋਲ, ਕਿਉਂਕਿ ਜਿਨ੍ਹਾਂ ਨੇ ਖੁਦ ਅਸਲ ਦੇ ਵਿੱਚ ਇਹ ਪੂਰਨੇ ਪਾਏ ਸੀ, ਤੇ ਉਹਨਾਂ ਦੇ ਪੂਰਨਿਆਂ ਤੇ ਚੱਲ ਕੇ ਗੁਰੂ ਕਾ ਸਿੱਖ ਵੀ ਤਿਆਰ ਹੋ ਕੇ ਨਿਡਰ ਹੋ ਕੇ ਦੇਗ ਦੇ ਵਿੱਚ ਚੌਂਕੜਾ ਮਾਰ ਕੇ ਬੈਠ ਗਿਆ। ਵੇਖੋ ਤੁਸੀਂ, ਜ਼ਰੂਰੀ ਹੈ ਬੋਲਣ ਨਾਲ, ਹੁਕਮ ਚਲਾਉਣ ਦੇ ਨਾਲ ਇਹ ਕੁਝ ਨਹੀਂ ਹੋਣਾ, ਸਾਨੂੰ ਖੁਦ ਕਰਨਾ ਪਏਗਾ। ਗੁਰੂ ਸਾਹਿਬ ਜੀ ਇੱਕ ਹੁਕਮ ਨਾਲ ਕੁਝ ਵੀ ਕਰ ਸਕਦੇ ਸੀ, ਗੁਰੂ ਨਾਨਕ ਸਾਹਿਬ ਜੀ, ਪਰ ਕਿੰਨੀ ਕਿੰਨੀ ਦੂਰ ਤੱਕ ਪੈਦਲ ਗਏ ਨੇ ਮਾਲਕ। ਤਿੰਨ ਪ੍ਰਚਾਰਕ ਦੌਰੇ ਕੀਤੇ ਨੇ, ਚੌਥਾ ਜਿਹੜਾ ਹੈ ਕਹਿ ਲਓ ਕਿ ਉਦਾਸੀ ਜਿਹੜੀ ਹੈ ਉਹ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਾਲਕ ਜੀ ਹਲ ਵਾਹ ਰਹੇ ਨੇ, ਖੁਦ ਹਲ ਵਾਹ ਰਹੇ ਨੇ। ਸਾਨੂੰ ਕੀ ਸਿਖਾ ਰਹੇ ਨੇ ਕਿ ਮੈਂ ਵਿਹਲਾ ਨਹੀਂ ਬੈਠਾ, ਕਿ ਤੁਹਾਨੂੰ ਉਪਦੇਸ਼ ਦੇਵਾਂ ਕਿ ਅਸਲ ਦੇ ਵਿੱਚ ਵਿਹਲੇ ਬੈਠੇ ਰਹੋ, ਮਾਲਾ ਫੇਰਦੇ ਰਹੋ ਜੀ, ਕਿਰਤ ਕਰਨ ਦੀ ਕੋਈ ਲੋੜ ਨਹੀਂ। ਗੁਰੂ ਸਾਹਿਬ ਜੀ ਕਹਿੰਦੇ ਮੈਂ 18 ਸਾਲ ਹਲ ਵਾਲ ਵਾਹ ਕੇ ਜਿਹੜਾ ਨਾ ਇਹ ਅਗਵਾਈ ਕਰਕੇ ਤੁਹਾਨੂੰ ਇਹੋ ਹੀ ਸਿਖਾਇਆ ਹੈ ਕਿ ਕਿਰਤ ਤੁਸੀਂ ਆਪਣੇ ਹੱਥੀਂ ਕਰਨੀ ਹੈ, ਫਿਰ ਭਿਖਾਰੀ ਨਹੀਂ ਬਣੋਗੇ, ਮੰਗਤੇ ਨਹੀਂ ਬਣੋਗੇ, ਫਿਰ ਕੁਝ ਕਿਸੇ ਨੂੰ ਦੇਣ ਜੋਗੇ ਬਣ ਜਾਓਗੇ ਜੇਕਰ ਤੁਸੀਂ ਕਿਰਤ ਕਰੋਗੇ ਤੇ। ਇਹ ਅਗਵਾਈ ਕੀਤੀ ਮਾਲਕ ਨੇ। ਸੋ ਇਸ ਪੱਖੋਂ ਕਹਿ ਲਓ ਕਿ ਬੜਾ ਕੁਝ ਹੈ, ਜੇ ਅਸੀਂ ਸਮਝਣ ਤੇ ਆਈਏ ਨਾ ਬਹੁਤ ਕੁਝ ਹੈ।